ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਆਓ ਗੁਰੂ ਪਿਆਰਿਓ, ਜੋ ਆਪਾਂ ਭਗਤ ਕਬੀਰ ਜੀ ਦੀ ਜੀਵਨ ਸਾਖੀ ਵਿੱਚੋਂ ਜੋ ਕੁਝ ਵਿਚਾਰ ਕਰੀਏ, ਜੋ ਆਪਾਂ ਅੱਜ ਵਿਚਾਰ ਕਰਾਂਗੇ। ਜਦੋਂ ਇੱਕ ਪੰਡਤ ਨੇ, ਬ੍ਰਾਹਮਣ ਨੇ ਭਗਤ ਕਬੀਰ ਜੀ ਨਾਲ ਨੀਵੀਂ ਜਾਤ ਦਾ ਹੋਣ ਕਰਕੇ ਉਸ ਨੂੰ ਬੁਰੇ ਸ਼ਬਦ ਕਹੇ, ਤਾਂ ਭਗਤ ਕਬੀਰ ਜੀ ਨੇ ਉਸ ਦੇ ਜਾਤ ਪਾਤ ਤੇ ਜੋ ਗੁਰਬਾਣੀ ਵਿੱਚ ਵੀ ਫਰਮਾਨ ਕੀਤਾ ਹੈ, ਵਿਚਾਰ ਕੀਤੀ। ਸੋ ਆਓ ਰਲ ਮਿਲ ਕੇ ਆਪਾਂ ਵੀ ਭਗਤ ਜੀ ਦੀ ਜੀਵਨ ਸਾਖੀ ਵਿੱਚੋਂ ਵਿਚਾਰ ਕਰੀਏ। ਭਗਤ ਕਬੀਰ ਜੀ ਦੇ ਪਾਵਨ ਬਚਨ ਹਨ। ਗਰਭ ਵਾਸ ਮੈਂ ਕੋਲਣੀ ਜਾਤੀ, ਬ੍ਰਹਮ ਬੈੰਦ ਤੇ ਸਭ ਉਤਪਾਤੀ। ਕਹੋ ਰੇ ਪੰਡਤ ਬਾਹਮਣ ਕਬ ਕੇ ਹੋਏ, ਬਾਹਮਣ ਕਹਿ ਕਹਿ ਜਨਮ ਮਤ ਖੋਏ। ਸੋ ਭਗਤ ਕਬੀਰ ਜੀ ਜੋ ਰਾਮ ਦੇ ਬਹੁਤ ਹੀ ਉਪਾਸਕ ਸਨ, ਰਾਮ ਨਾਮ ਦਾ ਜਾਪ ਸਿਮਰਨ ਕਰਦੇ ਸਨ। ਪਿਆਰਿਓ, ਉਹਨਾਂ ਦਾ ਰਾਜਾ ਦਸ਼ਰਥ ਦਾ ਜੋ ਬੇਟਾ ਸੀ ਉਹ ਰਾਮ ਨਹੀਂ ਸੀ, ਸਗੋਂ ਉਹ ਰਾਮ ਸੀ ਜਿਹੜਾ ਘਾਟ ਘਾਟ ਦੇ ਵਿੱਚ ਰਮਿਆ ਹੋਇਆ ਹੈ। ਉਹ ਪਰਮੇਸ਼ਵਰ ਨੂੰ, ਅਕਾਲ ਪੁਰਖ ਨੂੰ, ਨਿਰੰਕਾਰ ਨੂੰ ਰਾਮ ਕਹਿੰਦਾ ਸੀ। ਆਪ ਭਗਤ ਕਬੀਰ ਜੀ ਕਾਂਸ਼ੀ ਵਿੱਚ ਰਹਿ ਕੇ ਭਾਰਤੀ ਸੰਸਕ੍ਰਿਤੀ ਨਾਲ ਬਹੁਤ ਪਿਆਰ ਕਰਦੇ ਸਨ ਤੇ ਨਿਤ ਕਰਮ ਲਗਭਗ ਹਿੰਦੂ ਮਹਾਪੁਰਸ਼ਾਂ ਵਾਲੇ ਕਰਦੇ ਸਨ। ਆਪ ਸਵੇਰੇ ਉੱਠ ਕੇ ਗੰਗਾ ਤੇ ਇਸ਼ਨਾਨ ਕਰਨ ਜਾਇਆ ਕਰਦੇ ਸਨ। ਆਉਂਦੇ ਹੋਏ ਰਾਮ ਨਾਮ ਦਾ ਜਾਪ ਕਰਦੇ ਆਉਂਦੇ ਸਨ। ਇੱਕ ਦਿਨ ਸਵੇਰ ਵੇਲੇ ਇਸ਼ਨਾਨ ਕਰਨ ਗਏ ਤਾਂ ਇੱਕ ਬ੍ਰਾਹਮਣ ਜਿਹੜਾ ਇਸ਼ਨਾਨ ਕਰਕੇ ਵਾਪਸ ਆ ਰਿਹਾ ਸੀ, ਕਬੀਰ ਜੀ ਨੂੰ ਵੇਖ ਕੇ ਉੱਚੀ ਉੱਚੀ ਬੋਲ ਕਬੋਲ ਬੋਲਣ ਲੱਗਾ ਕਿ ਉਸ ਦਾ ਇਸ਼ਨਾਨ ਕੀਤਾ ਬੇਅਰਥ ਹੀ ਚਲਿਆ ਗਿਆ, ਕਿਉਂਕਿ ਨੀਚ ਜਾਤ ਦਾ ਜੁਲਾਹਾ ਉਸ ਦੇ ਮੱਥੇ ਲੱਗ ਗਿਆ ਸੀ। ਉਸ ਦੀ ਬੇਸਮਝੀ ਤੇ ਜਾਤ ਪਾਤ ਦਾ ਵਤੀਰਾ ਵੇਖ ਕੇ ਭਗਤ ਜੀ ਨੂੰ ਹਾਸਾ ਵੀ ਆ ਗਿਆ ਤੇ ਉਸ ਬ੍ਰਾਹਮਣ ਨਾਲ ਇਸ ਮਾਮਲੇ ਤੇ ਫੈਸਲੇ ਕਰਨ ਤੇ ਵੀ ਤੁਲ ਗਏ ਕਿ ਅੱਜ ਫੈਸਲਾ ਕਰਨਾ ਹੈ, ਕੌਣ ਨੀਵਾਂ ਹੈ ਔਰ ਕੌਣ ਸ਼ੂਦਰ ਹੈ, ਕੌਣ ਬ੍ਰਾਹਮਣ ਹੈ, ਕੌਣ ਉੱਚਾ ਹੈ, ਕੌਣ ਨੀਵਾਂ ਹੈ। ਭਗਤ ਕਬੀਰ ਜੀ ਆਪ ਘਾਟ ਉੱਤੇ ਜਾ ਖਲੋਤੇ। ਜਦੋਂ ਉਹ ਬ੍ਰਾਹਮਣ ਦੁਬਾਰਾ ਫਿਰ ਇਸ਼ਨਾਨ ਕਰਕੇ ਆਇਆ ਤਾਂ ਭਗਤ ਜੀ ਬੋਲੇ ਕਿ ਹੇ ਪੰਡਤ ਮੁਕੰਦਾ ਜੀ, ਰਾਮ ਰਾਮ। ਤਾਂ ਪੰਡਤ ਮੁਕੰਦਾ ਜੀ ਕਹਿਣ ਲੱਗੇ ਕਿ ਹੈ ਤੇਰੀ ਚੰਡਾਲ ਦੀ, ਤੂੰ ਅਜੇ ਵੀ ਕਿਤੇ ਗਿਆ ਮਰਿਆ ਨਹੀਂ, ਅਜੇ ਵੀ ਮੇਰੇ ਮੱਥੇ ਲੱਗਣੋਂ ਨਹੀਂ ਹਟਿਆ। ਤਾਂ ਭਗਤ ਕਬੀਰ ਜੀ ਕਹਿਣ ਲੱਗੇ ਕਿ ਮਹਾਰਾਜ ਜਾਂਦਾ ਕਿਵੇਂ? ਤੁਸੀਂ ਇਸ਼ਨਾਨ ਕਰਕੇ ਜਾਂਦੇ ਤਾਂ ਹੇਠਾਂ ਗੰਗਾ ਵਿੱਚ ਮੈਂ ਇਸ਼ਨਾਨ ਕਰਦਾ, ਕੀ ਪਤਾ ਗੰਗਾ ਮਈਆ ਸਾਰੀ ਭਿੱਟੀ ਜਾਂਦੀ। ਇਸ ਕਰਕੇ ਮੈਂ ਕਿਹਾ ਕਿ ਤੁਸੀਂ ਪਹਿਲੇ ਇਸ਼ਨਾਨ ਕਰ ਲਓ, ਮੈਂ ਬਾਅਦ ਵਿੱਚ ਕਰ ਲਵਾਂਗਾ। ਤਾਂ ਤੁਸੀਂ ਲੋਕ ਇਸ਼ਨਾਨ ਕਿਵੇਂ ਕਰਦੇ ਹੋ ਮੈਂ ਇਹ ਵੀ ਵੇਖ ਰਿਹਾ ਸੀ, ਇੱਕ ਵਾਰ ਹੋਰ ਇਸ਼ਨਾਨ ਕਰਕੇ ਆਓ। ਸਿਆਲ ਦੇ ਦਿਨ ਸਨ। ਬ੍ਰਾਹਮਣ ਠਰਿਆ ਹੋਇਆ ਦੰਦੋ ਦੜਿੱਕੇ ਲੈ ਰਿਹਾ ਸੀ। ਉਹ ਔਖਾ ਸੁਖਾਲਾ ਹੋ ਕੇ ਮੁੜ ਇਸ਼ਨਾਨ ਕਰਕੇ ਫਿਰ ਆਇਆ। ਤੀਜੀ ਵਾਰ ਜਦੋਂ ਇਸ਼ਨਾਨ ਕਰਕੇ ਆਏ, ਪਰ ਕਬੀਰ ਜੀ ਉੱਥੇ ਹੀ ਖਲੋਤੇ ਸਨ। ਮੁੜ ਕੇ ਫਿਰ ਉਸ ਦੇ ਮੱਥੇ ਲੱਗ ਗਏ। ਇੰਨੇ ਨੂੰ ਹੋਰ ਪੰਡਤ ਆ ਗਏ। ਬਹੁਤ ਹੀ ਰੌਲਾ ਪੈ ਗਿਆ
ਭੀੜ ਹੋ ਗਈ। ਭੀੜ ਨੂੰ ਦੇਖ ਕੇ ਬ੍ਰਾਹਮਣਾਂ ਦੇ ਕ੍ਰੋਧ ਕੋਲੋਂ ਭਗਤ ਜੀ ਡਰੇ ਨਹੀਂ। ਡਰਦੇ ਵੀ ਕਿਵੇਂ? ਉਹਨਾਂ ਦਾ ਰਾਖਾ ਤਾਂ ਆਪ ਰਾਮ ਸੀ, ਪਰਮੇਸ਼ਵਰ ਸੀ, ਪ੍ਰਭੂ ਸੀ। ਆਪਣੇ ਰਾਮ ਉੱਤੇ ਭਗਤ ਕਬੀਰ ਜੀ ਨੂੰ ਪੂਰਾ ਭਰੋਸਾ ਸੀ ਕਿ ਹੇ ਕਬੀਰ, ਇਹ ਤੁਸਾਂ ਵਾਸਤੇ ਠੀਕ ਨਹੀਂ। ਜਦੋਂ ਉਹ ਸਾਰੇ ਪੰਡਤਾਂ ਨੇ ਕਿਹਾ ਕਿ ਹੇ ਕਬੀਰ, ਇਹ ਤੁਸਾਂ ਵਾਸਤੇ, ਤੁਹਾਡੇ ਵਾਸਤੇ ਠੀਕ ਨਹੀਂ ਹੈ। ਜੋ ਤੁਸੀਂ ਪੰਡਤਾਂ ਦਾ ਧਰਮ ਭ੍ਰਿਸ਼ਟ ਕਰਦੇ ਹੋ। ਚੰਗਾ ਹੈ ਕਿ ਤੁਸੀਂ ਬਾਹਰ ਕਿਸੇ ਖੂਹ ਤੇ ਇਸ਼ਨਾਨ ਕਰ ਲਿਆ ਕਰੋ, ਜਾਂ ਹੇਠਾਂ ਜਾ ਕੇ ਸ਼ੂਦਰ ਘਾਟ ਉੱਤੇ ਇਸ਼ਨਾਨ ਕਰ ਲਿਆ ਕਰੋ। ਲੜਨਾ ਝਗੜਨਾ ਠੀਕ ਨਹੀਂ ਹੈ। ਇੱਕ ਸਿਆਣੇ ਪੰਡਤ ਨੇ ਝਗੜਾ ਨਿਬੇੜਨ ਵਾਸਤੇ ਆਖਿਆ ਤਾਂ ਉਸ ਦੀ ਗੱਲ ਦਾ ਸੁਣ ਕੇ ਭਗਤ ਕਬੀਰ ਜੀ ਜੋ ਹੱਸ ਪਏ ਤੇ ਉਹਨਾਂ ਨੂੰ ਫਿਰ ਜਵਾਬ ਦਿੱਤਾ, ਗਰਭਵਾਸ ਮੈਂ ਕੁਲਣੀ ਜਾਤੀ, ਬ੍ਰਹਮ ਬੈੰਤ ਤੇ ਸਭ ਉਤਪਾਤੀ। ਕਹੋ ਰੇ ਪੰਡਤ ਬਾਹਮਣ ਕਬ ਕੇ ਹੋਏ, ਬਾਹਮਣ ਕਹਿ ਕਹਿ ਜਨਮ ਮਤ ਖੋਏ। ਰਹਾਓ ਕਿ ਹੇ ਬ੍ਰਾਹਮਣ ਦੇਵਤਾ ਜੀ, ਮਾਂ ਦੇ ਪੇਟ ਵਿੱਚੋਂ ਜਦੋਂ ਤੂੰ ਸੀ ਤੇ ਮੈਂ ਸੀ, ਉਦੋਂ ਨਾ ਕੋਈ ਕੁਲ ਸੀ ਤੇ ਨਾ ਕੋਈ ਜਾਤ ਸੀ। ਬ੍ਰਹਮਾ ਦੇ ਬਣਾਏ ਹੋਏ ਸਾਰੇ ਜਨਮ ਲੈਂਦੇ ਹਨ। ਭਾਵ ਕਿ ਉਸ ਪਰਮੇਸ਼ਵਰ ਦੇ ਹੁਕਮ ਅਨੁਸਾਰ ਸਾਰੇ ਜੀਵ ਮਾਂ ਦੇ ਉਦਰ ਤੋਂ ਹੀ ਜਨਮ ਲੈਂਦੇ ਹਨ। ਮਾਤਾ ਦੇ ਗਰਭ ਵਿੱਚ ਕਿਸੇ ਦੀ ਕੋਈ ਕੁਲ ਜਾਤ ਨਹੀਂ ਹੁੰਦੀ। ਭਲਾ ਇਹ ਤਾਂ ਦੱਸ ਕਿ ਬ੍ਰਾਹਮਣ ਕਦੋਂ ਦੇ ਹੋਏ ਸੀ? ਕਦੋਂ ਪਹਿਲਾਂ ਬ੍ਰਾਹਮਣ ਜਾਤ ਹੋਈ ਸੀ? ਕੀ ਸ਼ੁਰੂ ਤੋਂ ਹੀ ਬ੍ਰਾਹਮਣ ਬਣਾ ਕੇ ਭੇਜਿਆ ਹੈ ਪਰਮੇਸ਼ਵਰ ਨੇ, ਉਸ ਰਾਮ ਨੇ? ਐਸਾ ਨਹੀਂ ਹੈ। ਐਵੇਂ ਬ੍ਰਾਹਮਣ ਬ੍ਰਾਹਮਣ ਆਖ ਕੇ ਆਪਣਾ ਜਨਮ ਵਿਅਰਥਾ ਨਾ ਗਵਾਓ। ਜਾਤ ਪਾਤ ਦਾ ਹੰਕਾਰ ਛੱਡੋ। ਜਨਮ ਕਰਕੇ ਨਾ ਕੋਈ ਸ਼ੂਦਰ ਹੈ ਨਾ ਕੋਈ ਬ੍ਰਾਹਮਣ ਹੈ। ਇਹ ਸਭ ਸੰਸਾਰ ਦੇ ਭੁਲੇਖੇ ਤੇ ਵੰਡਾਂ ਲੋਕਾਂ ਨੂੰ ਲੁੱਟਣ ਵਾਸਤੇ ਉਤਪੰਨ ਕੀਤੀਆਂ, ਭਾਵ ਕਿ ਪੈਦਾ ਕੀਤੀਆਂ ਹੋਈਆਂ ਸਨ। ਜਾਤਾਂ ਪਾਤਾਂ ਇਹ ਤੁਸੀਂ ਆਪ ਹੀ ਬਣਾਈਆਂ ਸੀ। ਕਬੀਰ ਜੀ ਦਾ ਇਹ ਬਚਨ ਸੁਣ ਕੇ ਬ੍ਰਾਹਮਣ ਚੁੱਪ ਹੋ ਗਏ। ਪਰ ਮੁਕੰਦਾ ਵੀ ਬੜਾ ਝਗੜਾਲੂ ਸੀ, ਬਹੁਤ ਝਗੜਾ ਕਰਨ ਵਾਲਾ, ਬਹਿਸ ਕਰਨ ਵਾਲਾ ਸੀ। ਉਸ ਨੂੰ ਵੀ ਪੁੱਠੀਆਂ ਸਿੱਧੀਆਂ ਬਹਿਸਾਂ ਕਰਦਿਆਂ ਹੋਇਆਂ 50 ਸਾਲ ਬੀਤ ਗਏ ਸੀ। ਫਿਰ ਉਹ ਆਖਣ ਲੱਗਾ ਕਬੀਰ ਜੀ ਕਿ ਹੇ ਕਬੀਰਾ, ਦੇਖ ਕਿਉਂ ਪੁੱਠੀਆਂ ਗੱਲਾਂ ਕਰਦਾ ਹੈ? ਲੋਕਾਂ ਨੂੰ ਕਰਾਹੇ ਪਾਉਣ ਦਾ ਕੀ ਲਾਭ? ਮੈਂ ਬ੍ਰਾਹਮਣ ਹਾਂ। ਮੇਰਾ ਬਾਪ ਦਾਦਾ ਨਕੜ ਦਾਦਾ ਉਸ ਤੋਂ ਵੱਡੇ ਜੋ ਸਾਰੇ ਬ੍ਰਾਹਮਣ ਸਨ। ਮੇਰੀ ਮਾਂ ਬ੍ਰਾਹਮਣੀ ਸੀ। ਮਾਤਾ ਬ੍ਰਾਹਮਣੀ ਤੇ ਬਾਪ ਬ੍ਰਾਹਮਣ ਹੋਣ ਤੇ ਮੈਂ ਬ੍ਰਾਹਮਣ ਹਾਂ। ਇਹ ਜਾਤ ਬ੍ਰਾਹਮਣ ਨਹੀਂ ਹੈ। ਤਾਂ ਕਬੀਰ ਜੀ ਹੱਸ ਪਏ ਤੇ ਉਸ ਦਾ ਮੋਢਾ ਫੜ ਕੇ ਭਗਤ ਕਬੀਰ ਜੀ ਨੇ ਜੋ ਸ਼ਬਦ ਉਚਾਰਨ ਕੀਤਾ, ਕਹਿਣ ਲੱਗੇ, ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ, तो आन बाट काहे नहीं आया। तुम कत ब्राह्मण हम कत सूद, हम कत लोहू तुम कत दूध। भगत कबीर जी कहन लगे कि जे तू ब्राह्मणी दे पेटों ब्राह्मण जम्या है तां तू जन्म किसी होर राही क्यों नहीं आया। तेरा जन्म लैण दा रस्ता होर नहीं क्यों नहीं परमात्मा ने बनाया। उसे राह आया है जिस राह आम लोग जन्म लेंदे हन। शूद्र दा ब्राह्मण दा सारियां दा जन्म लैण दा परमेश्वर ने एक ही रस्ता बनाया है। कबीर जी दा भाव है कि शूद्र वैश्य खत्तरी ते ब्राह्मण सारे 9 महीने मां दे गर्भ विच रहिंदे हन। प्रभु सब नूं पालदा है। ਉਹਨੇ कदे ऊच नीच ਦਾ फर्क नहीं रखिया। ਉਹ ਸਭਨਾਂ ਦੀ ਪਾਲਣਾ ਕਰਦਾ ਹੈ, ਸਭਨਾਂ ਨੂੰ ਇੱਕ ਸਾਰ ਦੇਖਦਾ ਹੈ।
ਜਦੋਂ 9 ਮਹੀਨੇ ਪੂਰੇ ਹੁੰਦੇ ਨੇ ਤਾਂ ਪਰਮੇਸ਼ਵਰ, ਉਹ ਪ੍ਰਭੂ, ਉਹ ਭਗਵਾਨ ਨੇ ਜੋ ਰਾਹ ਬੱਚੇ ਦਾ ਬਾਹਰ ਆਉਣ ਲਈ ਬਣਾਇਆ ਹੈ, ਉਸ ਰਾਹ ਬਾਹਰ ਆਉਂਦਾ ਹੈ। ਜੇ ਭਗਵਾਨ ਨੇ ਜਾਤੀ ਦੀ ਵੰਡ ਕੀਤੀ ਹੁੰਦੀ ਤਾਂ ਉੱਚੇ ਤੇ ਨੀਵੇਂ ਪੈਦਾ ਕੀਤੇ ਹੁੰਦੇ। ਉਹਨਾਂ ਦੇ ਰਸਤੇ ਅਲੱਗ-ਅਲੱਗ ਹੁੰਦੇ, ਜਨਮ ਲੈਣ ਦੇ ਰਸਤੇ ਵੀ ਅਲੱਗ ਹੁੰਦੇ। ਤਾਂ ਉੱਚੀਆਂ ਜਾਤਾਂ ਦੇ ਜਨਮ ਵਾਸਤੇ ਵੀ ਕੋਈ ਵੱਖਰਾ ਰਸਤਾ ਕਾਇਮ ਕੀਤਾ ਹੁੰਦਾ। ਜੇ ਕੋਈ ਵੱਖਰਾ ਰਸਤਾ ਨਹੀਂ ਹੈ, ਕੋਈ ਵੱਖਰਾ ਰਾਹ ਨਹੀਂ ਹੈ, ਤਾਂ ਸਮਝੋ ਕਿ ਸਾਰੇ ਜੀਵ ਇੱਕੋ ਹੀ ਪ੍ਰਮਾਤਮਾ ਦੇ ਬਣਾਏ ਹਨ, ਇੱਕੋ ਹੀ ਜੀਵ ਹਨ। ਕੋਈ ਅਛੂਤ ਨਹੀਂ ਹੈ ਤੇ ਕੋਈ ਸਵਰਨ ਨਹੀਂ ਹੈ। ਪੁਰਸ਼ ਕਰਮਾਂ ਨਾਲ ਹੀ ਉੱਚੇ ਨੀਵੇਂ ਹੁੰਦੇ ਹਨ। ਜਿਹੜੇ ਚੰਗੇ ਕਰਮ ਕਰਦੇ ਹਨ, ਉੱਚੇ ਕਰਮ ਕਰਦੇ ਹਨ, ਉਹ ਉੱਚੇ ਹੋ ਜਾਂਦੇ ਹਨ। ਜਿਹੜੇ ਨੀਵੇਂ ਨੀਚ ਕਰਮ ਕਰਦੇ ਹਨ, ਕੁਕਰਮ ਕਰਦੇ ਹਨ, ਦੁਸ਼ਕਰਮ ਕਰਦੇ ਹਨ, ਉਹ ਨੀਵੇਂ ਗਿਣੇ ਜਾਂਦੇ ਹਨ। ਕਬੀਰ ਜੀ ਆਪ ਹੀ ਸਵਾਲ ਕਰਕੇ ਉਸ ਨੂੰ ਸੰਬੋਧਨ ਕਰਕੇ ਆਖਦੇ ਹਨ, ਸੁਣ ਮੁਕੰਦੇ, ਤੂੰ ਕਿਸ ਤਰ੍ਹਾਂ ਬ੍ਰਾਹਮਣ ਹੈ ਤੇ ਮੈਂ ਕਿਵੇਂ ਸ਼ੂਦਰ ਹਾਂ? ਤੇਰੀਆਂ ਨਾੜੀਆਂ ਵਿੱਚ ਵੀ ਉਹ ਲਹੂ ਹੈ ਜੋ ਮੇਰੀਆਂ ਨਾੜੀਆਂ ਵਿੱਚ ਹੈ। ਮੇਰੇ ਸਰੀਰ ਵਿੱਚ ਵੀ, ਨਾੜੀਆਂ ਵਿੱਚ ਵੀ ਲਾਲ ਰੰਗ ਦਾ ਖੂਨ ਹੈ, ਤੇਰੀਆਂ ਨਾੜੀਆਂ ਵਿੱਚ ਵੀ ਲਾਲ ਰੰਗ ਦਾ ਖੂਨ ਹੈ। ਜੋ ਮਨੁੱਖ ਸੰਸਾਰ ਦੇ ਨੇ, ਸੰਸਾਰ ਵਿੱਚ ਪੈਦਾ ਹੋਏ ਨੇ, ਸਭ ਦਾ ਲਹੂ, ਮਾਸ, ਹੱਡ, ਵਾਲ, ਦੰਦ, ਜੀਭਾ, ਸਾਰੇ ਸਰੀਰ ਦੇ ਅੰਗ ਇੱਕੋ ਜਿਹੇ ਹਨ। ਭਗਤ ਜੀ ਬਚਨ ਕਰਦੇ ਹਨ, ਕਹੋ ਕਬੀਰ, ਜੋ ਬ੍ਰਹਮ ਵਿਚਾਰੈ ਸੋ ਬ੍ਰਾਹਮਣ ਕਹੀਅਤ ਹੈ ਹਮਾਰੇ। ਜੋ ਪ੍ਰਮਾਤਮਾ ਦੀ ਵਿਚਾਰ ਕਰਦਾ ਹੈ, ਪ੍ਰਮਾਤਮਾ ਦੀ ਵਡਿਆਈ ਦੀ ਵਿਚਾਰ ਕਰਦਾ ਹੈ, ਪ੍ਰਭੂ ਪ੍ਰਮਾਤਮਾ ਦੀ ਕੀਰਤੀ ਦੀ ਵਿਚਾਰ ਕਰਦਾ ਹੈ, ਪ੍ਰਭੂ ਪ੍ਰਮਾਤਮਾ ਦੇ ਰੱਬੀ ਗਿਆਨ ਦੀ ਵਿਚਾਰ ਕਰਦਾ ਹੈ, ਉਸ ਦੇ ਗਿਆਨ ਦਾ ਗਿਆਨੀ ਹੈ, ਉਸ ਦੇ ਗਿਆਨ ਦੀ ਵਡਿਆਈ ਕਰਦਾ ਹੈ, ਉਹਦੀ ਵਡਿਆਈ ਕਰਦਾ ਹੈ, ਅਸੀਂ ਤਾਂ ਉਸ ਨੂੰ ਬ੍ਰਾਹਮਣ ਆਖਦੇ ਹਾਂ। ਭਾਵ ਕਿ ਜਨਮ ਕਰਕੇ ਕਿਸੇ ਨੂੰ ਬ੍ਰਾਹਮਣ ਨਹੀਂ ਕਿਹਾ ਜਾਂਦਾ। ਜਿਹੜਾ ਵਿਦਿਆ ਪੜ੍ਹ ਕੇ ਉਸ ਬ੍ਰਾਹਮਣ ਨੂੰ ਜਾਣ ਲਵੇ, ਉਸ ਦਾ ਸਿਮਰਨ ਕਰੇ, ਉਸ ਦੀ ਸਾਜੀ ਹੋਈ ਸ੍ਰਿਸ਼ਟੀ ਦੇ ਜੀਵਾਂ ਨਾਲ ਪਿਆਰ ਕਰੇ, ਅਸਲ ਵਿੱਚ ਉਹ ਅਸਲ ਬ੍ਰਾਹਮਣ ਹੈ। ਛੂਤ ਛਾਤ ਨੂੰ ਮੰਨਣ ਵਾਲੇ ਪੰਡਤ ਇਹ ਬ੍ਰਾਹਮਣ ਨਹੀਂ ਹਨ, ਇਹ ਤਾਂ ਭੇਖੀ ਲੋਕ ਹਨ ਜੋ ਭਗਵਾਨ ਨਾਲ ਵੀ ਠੱਗੀ ਕਰਨੋਂ ਕਦੇ ਵੀ ਟਲਦੇ ਨਹੀਂ। ਕਬੀਰ ਦੇ ਇਹਨਾਂ ਬਚਨਾਂ ਦਾ ਉੱਤਰ ਮੁਕੰਦੇ ਪੰਡਤ ਕੋਲ ਕੋਈ ਨਹੀਂ ਸੀ। ਉਹ ਤਾਂ ਜਨਮ ਕਰਕੇ ਬ੍ਰਾਹਮਣ ਸੀ। ਨਿਰਾ ਮੁਕੰਦੇ ਪੰਡਤ ਕੋਲ ਹੀ ਨਹੀਂ, ਸਗੋਂ ਸੰਸਾਰ ਦਾ ਇਸਤਰੀ ਪੁਰਸ਼ ਇੱਕ ਅਟਲ ਸੱਚਾਈ ਦੇ ਉਲਟ ਕੋਈ ਦਲੀਲ ਨਹੀਂ ਦੇ ਸਕਦਾ। ਇਹ ਇੱਕ ਅਟਲ ਸੱਚਾਈ ਹੈ ਜਿਸ ਦਾ ਜਵਾਬ ਕੋਈ ਨਹੀਂ ਦੇ ਸਕਦਾ। ਜੋ ਭਗਤ ਕਬੀਰ ਜੀ ਨੇ ਉਹਨਾਂ ਪੰਡਤਾਂ ਨੂੰ ਇਹ ਪੁੱਛਿਆ ਸੀ, ਉਸ ਦੀ ਦਲੀਲ ਕੋਈ ਦੇ ਨਹੀਂ ਸਕਦਾ, ਕੋਈ ਜਵਾਬ ਨਹੀਂ ਦੇ ਸਕਦਾ। ਸਭ ਜਾਤਾਂ, ਗੋਤਾਂ, ਕੁੱਲਾਂ ਤੇ ਮੱਤਾਂ ਨੂੰ ਕਾਇਮ ਕਰਨ ਵਾਲਾ ਮਰਦ ਹੈ, ਇੱਕ ਇਨਸਾਨ ਹੈ। ਆਪਣੇ ਮਤਲਬ ਲਈ ਇਹ ਕੰਮ ਕੀਤਾ ਹੈ। ਸਚਾਈ ਨੂੰ ਸੁਣ ਕੇ ਬਨਾਰਸ ਦੇ ਬ੍ਰਾਹਮਣ ਪਿੱਟ ਉੱਠੇ, ਰੌਲਾ ਪਾਉਣ ਲੱਗੇ, ਕਿਉਂਕਿ ਜੋ ਹਨੇਰੇ ਦੀ ਚਾਦਰ ਤਾਣ ਕੇ ਉਹ ਭੋਲੇ ਭਾਲੇ ਲੋਕਾਂ ਨੂੰ ਲੁੱਟ ਰਹੇ ਸਨ, ਉਸ ਹਨੇਰੇ ਨੂੰ ਕਬੀਰ ਜੀ ਨੇ ਦੂਰ ਕਰ ਦਿੱਤਾ, ਜੋ ਹੌਲੀ ਹੌਲੀ ਧੁੰਦ ਦੀ ਤਰ੍ਹਾਂ ਉਹ ਜੋ ਲੋਕਾਂ ਨੂੰ ਲੁੱਟ ਰਹੇ ਸਨ, ਕੁਕਰਮ ਕਰਾ ਰਹੇ ਸਨ, ਊਚ ਨੀਚ ਦਾ ਫਰਕ ਦੱਸ ਰਹੇ ਸਨ, ਉਹ ਹੌਲੀ ਹੌਲੀ ਧੁੰਦ ਵਾਂਗ ਉੱਡ ਰਹੇ ਸਨ। ਭਗਤ ਕਬੀਰ ਜੀ ਸਭ ਭੁਲੇਖੇ ਦੂਰ ਕਰ ਰਹੇ ਸਨ। ਉਹ ਸਾਰੇ ਭੁਲੇਖੇ ਦੂਰ ਕਰਕੇ ਕਰੋੜਾਂ ਮਨੁੱਖਾਂ ਦਾ ਪੁਨਰ ਜਨਮ ਕਰਨਾ ਚਾਹੁੰਦੇ ਸਨ। ਉਹਨਾਂ ਨੇ ਪੰਡਤਾਂ ਨੂੰ ਗੁੱਸੇ ਨਾਲ ਸੱਚ ਸੁਣਾਇਆ, ਜੋ ਅਸਲ ਸੱਚਾਈ ਸੀ ਉਹ ਸੁਣਾਈ। ਉਹ ਬੜੇ ਹੀ ਗੁੱਸੇ ਦੇ ਵਿੱਚ ਸੜੇ ਬਲੇ ਅੰਦਰੋਂ ਦੁਖੀ ਹੋਏ ਆਪੋ ਆਪਣੇ ਰਾਹ ਤੁਰ ਪਏ
ਤੇ ਗਾਲਾਂ ਕੱਢਦੇ ਜਾਂਦੇ ਸਨ। ਭਗਤ ਕਬੀਰ ਜੀ ਨੂੰ ਬੁਰਾ ਭਲਾ ਬੋਲਦੇ ਜਾਂਦੇ ਸਨ। ਸੋ ਪਿਆਰਿਓ, ਇਹ ਸੀ ਜੋ ਭਗਤ ਕਬੀਰ ਜੀ ਤੇ ਪੰਡਤ ਮੁਕੰਦੇ ਨਾਲ ਤੇ ਹੋਰ ਪੰਡਤਾਂ ਨਾਲ ਜਾਤ ਦੇ ਆਧਾਰ ਤੇ ਕੁਝ ਵਿਚਾਰ ਕੀਤੀ। ਇਸ ਤੋਂ ਅੱਗੇ ਜੋ ਪੰਡਤ ਮੁਕੰਦੇ ਦੇ ਨਾਲ ਕੀ ਹੋਇਆ, ਸੋ ਉਸ ਬਾਰੇ ਆਪਾਂ ਫਿਰ ਵਿਚਾਰ ਕਰਾਂਗੇ ਅਗਲੇ ਭਾਗ ਵਿੱਚ। ਇਸ ਦੇ 2 ਪਾਰਟ ਆਪਾਂ ਬਣਾ ਕੇ ਜਾਤ ਪਾਤ ਦੇ ਆਧਾਰ ਤੇ ਵਿਚਾਰ ਕਰਾਂਗੇ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।